ਉਰੋਂ ਲੰਘੇ ਜਾਂਦੇ ਸੀਗੇ ਅਲਾਂਤੇ ਮਾਲ ਦੇ ਅੱਗੇ ਕਈ ਮੁੰਡੇ ਨੇ ਜਿਹੜੇ ਬੈਨਰ ਲਈ ਹੱਥਾਂ 'ਚ ਖੜੇ ਨੇਗੇ। ਹਾਲਾਂਕਿ ਪੁੱਛਦੇ ਆ ਕੀ ਕਾਰਨ ਹੈ ਤੇ ਕਿਉਂ ਇਹ ਉਰੇ ਖੜੇ ਨੇ, ਕਿਉਂਕਿ ਕਈ ਦਫ਼ਤਰ ਵੀ ਇੱਥੇ ਹੈਗੇ ਨੇ। ਤੇ ਦੂਜੇ ਪਾਸੇ ਤੁਸੀਂ ਦੇਖੋ ਹੱਥਾਂ ਦੇ ਵਿੱਚ ਤਖਤੀਆਂ ਇਹਨਾਂ ਨੇ ਫੜੀਆਂ ਹੋਈਆਂ ਨੇਗੀਆਂ, ਕਈ ਬੈਨਰ ਲਿਖੇ ਨੇ, ਜਸਟਿਸ ਲਿਖਿਆ ਹੋਇਆ ਕੁਝ। ਆਖਰ ਕਿਸ ਗੱਲ ਦਾ ਜਿਹੜਾ ਪੁੱਛ ਲੈਣੇ ਇਹਨਾਂ ਨੂੰ ਕਿ ਰੌਲਾ ਕਿਸ ਚੀਜ਼ ਦਾ ਹੈਗਾ, ਕਿਉਂ ਆਏ ਇੱਥੇ ਇਕੱਠੇ ਹੋਏ ਖੜੇ ਨੇ। ਪੁਲਿਸ ਵੀ ਖੈਰ ਤੈਨਾਤ ਹੈਗੀ। ਕੀ ਬਾਈ ਜੀ ਕੀ ਮਸਲਾ ਕੀ ਹੋ ਗਿਆ ਹੈ, ਕਿਸ ਚੀਜ਼ ਦੇ ਤੱਕੀਆਂ ਫੜੀਆਂ? ਸਰ ਇਹ ਜਿਹੜੇ ਸਟੂਡੈਂਟਸ ਇੱਥੇ ਖੜੇ ਆ ਇਹ ਮੌਂਟਰੀਅਲ ਜੋ ਕਿ ਕਿਊਬੈਕ ਨੇ ਸਾਰੇ ਸਟੂਡੈਂਟ ਨੇ ਜੀ ਸਾਰੇ ਇਹਨਾਂ ਨੇ ਕੈਨੇਡਾ ਦੀ ਮੌਂਟਰੀਅਲ ਸਿਟੀ ਦੇ ਵਿੱਚ ਅਪਲਾਈ ਕੀਤਾ ਆ। ਕੁਝ ਚੁਣਿੰਦਾ 10 ਕਾਲਜ ਨੇ ਉੱਥੇ ਜਿਨ੍ਹਾਂ ਦਾ ਕਿ CAQ ਇੱਕ ਡਾਕੂਮੈਂਟ ਹੁੰਦਾ ਕਿਊਬੈਕ ਪ੍ਰੋਵਿੰਸ ਦੇ ਵਿੱਚ ਜਾਣ ਵਾਸਤੇ, ਉਹ ਸਸਪੈਂਡ ਹੋਇਆ ਹੀ ਉਹਨਾਂ 10 ਕਾਲਜਸ ਦਾ। ਅੰਬੈਸੀ ਪੂਰੇ ਖੜੇ ਹੋ ਤੁਸੀਂ, ਅੰਬੈਸੀ ਕਰਕੇ ਖੜੇ ਹੋ ਕਿਉਂਕਿ ਦਫ਼ਤਰ ਕਈ ਨੇ ਨਾ ਉਰੇ। ਹਾਂਜੀ ਹਾਂ, ਇੱਥੇ ਕੌਂਸੂਲੇਟ ਹੈ ਕੈਨੇਡਾ ਦਾ, ਉਹਨਾਂ ਨੂੰ ਅਸੀਂ ਵਿਖਾਉਣਾ ਚਾਹੁੰਦੇ ਹਾਂ, ਆਪਣੀ ਗੱਲ ਉਹਨਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਜੀ। ਤੇ ਗੱਲ ਇਹ ਹੈ ਕਿ 10 ਕਾਲਜਸ ਦਾ CAQ ਸਸਪੈਂਡ ਹੋਇਆ ਸੀ 30 ਦਸੰਬਰ 2020 ਨੂੰ। ਠੀਕ ਹੈ, CAQ ਡਾਕੂਮੈਂਟ ਹੁੰਦਾ ਜਿਹੜਾ ਕਿ ਕਿਊਬੈਕ ਪ੍ਰੋਵਿੰਸ ਦੇ ਵਿੱਚ ਜਾਣ ਵਾਸਤੇ ਕੰਮ ਹੁੰਦਾ, ਜਿਨ੍ਹਾਂ ਨੇ ਕੈਨੇਡਾ ਦੀ ਕਿਊਬੈਕ ਪ੍ਰੋਵਿੰਸ ਦੇ ਜਾਣਾ ਹੁੰਦਾ। ਉਹ ਸਸਪੈਂਸ਼ਨ ਖਤਮ ਹੋ ਗਿਆ 12 ਜਨਵਰੀ 2021 ਨੂੰ, ਮਤਲਬ 10-12 ਦਿਨਾਂ ਬਾਅਦ ਖਤਮ ਹੋ ਗਿਆ। ਤੇ ਉਹਦਾ ਸਸਪੈਂਸ਼ਨ ਦਾ ਮਤਲਬ ਇਹ ਕਿ ਜਿਨ੍ਹਾਂ ਨੇ ਉਹਨਾਂ ਸਟੂਡੈਂਟਸ ਨੇ ਉੱਥੇ ਕਾਲਜਸ ਦੇ ਵਿੱਚ ਅਪਲਾਈ ਕੀਤਾ ਤੇ ਉਹਨਾਂ ਨੂੰ ਉਹ CAQ ਨਹੀਂ ਮਿਲੂਗਾ। ਹੁਣ CAQ ਵੀ ਆ ਰਿਹਾ, ਠੀਕ ਹੈ, ਬਾਕੀ ਪ੍ਰੋਵਿੰਸਿਸ ਦੇ ਜਿਨ੍ਹਾਂ ਨੇ ਸਟੂਡੈਂਟ ਨੇ ਬਾਕੀ ਪ੍ਰੋਵਿੰਸਿਸ ਦੇ ਅਪਲਾਈ ਕੀਤਾ ਉਹਨਾਂ ਦੇ ਵੀਜ਼ਾਸ ਵੀ ਆ ਰਹੇ ਨੇ, ਬਟ ਸਾਡੇ ਇਹਨਾਂ 10 ਕਾਲਜਸ ਦੇ ਕੋਈ ਵੀਜ਼ਾ ਨਹੀਂ ਆਇਆ। ਇੱਕ ਡੇਢ ਸਾਲ ਤੋਂ ਬੱਚਿਆਂ ਨੇ ਫੀਸ ਭਰੀ ਹੋਈ ਹੈ, GIC ਭਰੀ ਹੋਈ ਹੈ, ਘੱਟੋ ਘੱਟ 15 ਲੱਖ ਤਾਂ ਸਾਰਿਆਂ ਨੇ ਇਨਵੈਸਟ ਕੀਤਾ। ਬਾਕੀ ਡਿਪੈਂਡ ਕਰਦਾ ਕਿਸੇ ਦੀ ਫੀਸ ਵੱਧ ਹੋਊਗੀ ਤਾਂ 16-17 ਲੱਖ ਵੀ ਇੱਥੇ ਇਨਵੈਸਟ ਕੀਤਾ ਹੋਊਗਾ। ਨਾ ਸਾਨੂੰ ਹੁਣ ਇਹ ਵੀਜ਼ਾਸ ਦੇ ਰਹੇ ਨੇ, ਨਾ AIPs ਦੇ ਰਹੇ ਨੇ, ਤੇ ਨਾ ਸਾਨੂੰ ਸਾਡੇ ਟਵੀਟਸ ਦਾ, ਸਾਡੇ ਮੇਲਸ ਦਾ ਕੋਈ ਰਿਪਲਾਈ ਕਰ ਰਹੇ ਨੇ। ਤੇ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਹਾਂ, ਆਪਣੀ ਗੱਲ ਉਹਨਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਇਹ ਰੋਸ਼ ਫਿਰ ਤੁਹਾਡਾ ਕਾਲਜਾਂ ਨਾਲ ਹੈ ਜਾਂ ਉੱਥੇ ਦੀ ਸਰਕਾਰ ਦੇ ਨਾਲ? ਸਾਡਾ ਕੈਨੇਡਾ ਦੀ ਸਰਕਾਰ ਦੇ ਨਾਲ ਆ, ਸਾਡਾ IRCC ਦੇ ਨਾਲ ਆ, ਜਿਹੜੀ ਗਵਰਨਿੰਗ ਬੋਡੀ ਆ ਜਿਹੜੀ ਕਿ ਵੀਜ਼ਾਸ ਇਸ਼ੂ ਕਰਦੀ ਆ, ਭਾਵੇਂ ਉਹ ਸਟੂਡੈਂਟਸ ਹੋਣ ਭਾਵੇਂ ਉਹ ਵਿਜ਼ਿਟਰਸ ਹੋਣ। ਸਾਡਾ ਉਹਨਾਂ ਦੇ ਨਾਲ ਰੋਸ਼ ਆ, ਸਾਨੂੰ ਉਹਨਾਂ ਤੋਂ ਅਸੀਂ ਤੰਗ ਆ ਕਿ ਅਸੀਂ ਉਹਨਾਂ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦੇ ਕਿ ਤੁਸੀਂ ਸਾਡੇ ਨਾਲ ਇਵੇਂ ਜਾਤੀ ਕਿਉਂ ਕਰ ਰਹੇ ਹੋ। ਤੇ ਇਹ ਜੇ ਕਿਹਾ ਜਾਵੇ ਕੋਈ ਗੱਲਬਾਤ ਹੋਈ ਅੰਦਰੋਂ, ਕੋਈ ਮੈਸੇਜ ਆਇਆ? ਅਸੀਂ ਹੁਣ ਆਪਣੀ ਗੱਲ ਪਹੁੰਚਾਈ ਆ ਉੱਥੋਂ ਕੌਂਸੂਲੇਟ ਦੇ ਵਿੱਚ, ਹੁਣੇ ਮੈਡਮ ਆਉਣਗੇ ਤੇ ਉਹਨਾਂ ਨੂੰ ਅਸੀਂ ਆਪਣੀ ਗੱਲ ਉਹਨਾਂ ਅੱਗੇ ਰੱਖਾਂਗੇ ਤੇ ਉਹਨਾਂ ਨੂੰ ਕਹਾਂਗੇ ਵੀ ਸਾਡਾ ਪ੍ਰੋਸੈਸ ਹੈ ਛੇਤੀ ਸਪੀਡ ਅਪ ਕਰਿਆ ਜਾਵੇ, ਕਿਉਂਕਿ ਬਾਕੀ ਸਟੂਡੈਂਟਸ ਆ ਕਈਆਂ ਨੇ ਫੈਬਰਵਰੀ 2021 ਮਾਰਚ 2021 ਦੇ ਵਿੱਚ ਅਪਲਾਈ ਕੀਤੀ। ਇੱਕ ਮਹੀਨੇ ਦੇ ਅੰਦਰ 15-15 ਦਿਨ ਹਫਤੇ ਦੇ ਵਿੱਚ ਬੰਦਿਆਂ ਨੂੰ ਉਹਨਾਂ ਦਾ ਪਾਸਪੋਰਟ ਸਟੈਂਪ ਹੋ ਕੇ ਉਹਨਾਂ ਦੇ ਘਰ ਆ ਗਿਆ, ਉਹਨਾਂ ਨੂੰ ਵੀਜ਼ਾ ਮਿਲ ਗਿਆ। ਬਟ ਇੱਥੇ ਬੱਚੇ ਜਿੰਨੇ ਖੜੇ ਆ ਕੋਈ ਸਾਲ ਤੋਂ ਕੋਈ 1.5 ਸਾਲ ਤੋਂ ਵੇਟ ਕਰ ਰਿਹਾ, ਉਹਨਾਂ ਨੂੰ ਕੋਈ ਰਿਸਪੌਂਸ ਨਹੀਂ ਆਇਆ, ਕੋਈ AIP ਕੋਈ ਵੀਜ਼ਾ ਕੁਛ ਨਹੀਂ ਆਇਆ, ਜਦੋਂ ਕਿ ਉਹਨਾਂ ਦਾ ਕੋਈ ਕਸੂਰ ਹੈ ਨਹੀਂ। ਨਾ ਹੀ ਉਹ ਕਲੀਅਰ ਕਰਦੇ ਵੀ ਤੁਹਾਨੂੰ ਕਿਉਂ ਨਹੀਂ ਦੇ ਰਹੇ ਅਸੀਂ ਵੀਜ਼ਾ। ਕਾਲਜ 10 ਕਾਲਜ ਨੇ ਉੱਥੇ ਦੇ, 10 ਕਾਲਜਸ ਨੇ ਜਿਨ੍ਹਾਂ ਦਾ CAQ ਸਸਪੈਂਡ ਹੋਇਆ ਸੀ ਤੇ ਉਹ ਕਿਊਬੈਕ ਦੀ ਗਵਰਨਮੈਂਟ ਨੇ ਕੀਤਾ, ਜਿਹੜੀ ਪ੍ਰੋਵਿੰਸ ਦੀ ਸਟੇਟ ਦੀ ਗਵਰਨਮੈਂਟ ਆ ਉੱਥੇ। IRCC ਦਾ ਪਹਿਲਾਂ ਉਹਦੇ ਨਾਲ ਕੋਈ ਇਸ਼ੂ ਹੈ ਨਹੀਂ ਸੀ, ਬਾਅਦ ਦੇ ਵਿੱਚ ਉਹਨਾਂ ਨੇ ਕੀ ਸਾਨੂੰ ਬਹਾਨਾ ਲਾਇਆ ਵੀ ਇਹਨਾਂ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜੇ ਅਸੀਂ ਤੁਹਾਨੂੰ ਤਾਂ ਨਹੀਂ ਦੇ ਰਹੇ। ਇਨਵੈਸਟੀਗੇਸ਼ਨ ਵੀ ਖਤਮ ਹੋ ਗਈ 31 ਮਾਰਚ ਨੂੰ, ਫਿਰ ਵੀ ਨਹੀਂ ਦੇ ਰਹੇ ਤੇ ਨਾ ਕੋਈ ਰਿਸਪੌਂਡ ਕਰ ਰਹੇ ਵੀ ਕਿਉਂ ਨਹੀਂ ਆ ਰਹੇ ਬੱਚਿਆਂ ਦੇ। ਪੈਸਾ ਵੀ ਰਿਫੰਡ ਨਹੀਂ ਹੋ ਰਿਹਾ। ਐਮਬੈਸੀ ਰਿਪਲਾਈ ਕਰ ਰਹੀ ਨੇ ਆ ਸਾਰੇ ਕਾਲਜਸ ਨੇ 10 ਕਾਲਜਸ ਜਿਨ੍ਹਾਂ ਦੇ CAQ ਇਹਨਾਂ ਨੇ ਸਸਪੈਂਡ ਕੀਤੇ ਸੀ, ਜਿਨ੍ਹਾਂ ਦੇ ਰਿਜ਼ਲਟ ਹਾਲੇ ਤੱਕ ਦੇ ਨਹੀਂ ਰਹੇ ਆ। ਮੈਨੂੰ ਹੋ ਗਿਆ ਸਾਲ ਕਲਾਸਿਸ ਲਾਉਂਦੇ ਹੋਏ ਨੂੰ, ਮੇਰੀ ਫੀਸ ਸਾਰੀ ਗਈ ਤੇ ਮੈਨੂੰ ਹੁਣ ਅਗਲੇ ਮਹੀਨੇ ਦੁਬਾਰਾ ਫੀਸ ਪੇ ਕਰਨੀ ਪਏਗੀ ਕਾਲਜ ਨੂੰ। ਹਾਂਜੀ, ਤੇ ਮੇਰਾ ਹੁਣੇ 15 ਲੱਖ ਰੁਪਏ ਮੇਰੀ ਜਿਵੇਂ ਗਈ ਹੈ ਲਿਵਿੰਗ ਐਕਸਪੈਂਸ ਦੇ ਨਾਲ, ਤੇ ਮੈਨੂੰ ਹੁਣ 3.5 ਲੱਖ ਰੁਪਏ ਹੋਰ ਦੇਣਾ ਪਏਗਾ ਨੈਕਸਟ ਈਅਰ ਦੀ ਫੀਸ ਲਈ। ਤਾਂ ਜਾ ਸਕਦੇ ਹੋ ਤੇ ਤਾਂ ਵੀਜ਼ਾ ਮਿਲੂ? ਨਹੀਂ, ਵੀਜ਼ਾ ਤਾਂ ਇੱਕ ਕਲਾਸਿਸ ਕੰਟੀਨਿਊ ਕਰ ਸਕਦੇ। ਹਾਂਜੀ, ਤੁਸੀਂ ਦੇਖੋ ਕਿ ਜਿਹੜੇ ਸਟੂਡੈਂਟ ਉਰੇ ਖੜੇ ਨੇ, ਹਾਲਾਂਕਿ ਇਹਨਾਂ ਦੀ ਕਦੇ ਗੱਲਬਾਤ ਅਸੀਂ ਹੁਣ ਸ਼ੁਰੂ ਕਰੀ ਆ ਤੇ ਉਸ ਤੋਂ ਬਾਅਦ ਉਹ ਦੇਖਾਂਗੇ। ਭਾਈ ਜੀ ਅਸਲ ਦੇਖਿਆ ਜਾਵੇ ਇਹ ਚੀਜ਼ ਦਾ ਸਾਲ ਲੰਘ ਗਿਆ, ਕਹਿੰਦੇ ਸਾਲ ਤੋਂ ਪਹਿਲਾਂ ਨਹੀਂ ਸੀ ਕੋਈ ਪਤਾ ਲੱਗਿਆ ਹੈਗਾ ਕਿ ਆਖਰ ਕੀ ਹੋ ਗਿਆ? ਨਹੀਂ ਸਰ, ਇਹ ਹੁਣੀ ਜੀ ਪਿੱਛੇ ਜੇ ਹੋਇਆ ਸੀਗਾ, ਜਿਹੜੇ 10 ਕਾਲ ਸਸਪੈਂਡ ਹੋਏ ਨੇ ਜੀ ਉਹਨਾਂ ਦੇ ਰਿਜ਼ਲਟ ਨਹੀਂ ਆ ਰਹੇ, ਬਾਕੀ ਸਾਰੇ ਕਾਲਜਾਂ ਦੇ ਰਿਜ਼ਲਟ ਆ ਰਹੇ ਨੇ ਮਹੀਨੇ ਦੇ ਵਿੱਚ। ਇਹ CAQ ਸਸਪੈਂਡ ਹੋਇਆ ਸੀ। CAQ ਉਹ ਹੁੰਦਾ ਕਿਊਬਿਕ ਦੀ ਗਵਰਨਮੈਂਟ ਤੋਂ ਅਥਾਰਟੀ ਲੈਣੀ ਪੈਂਦੀ ਹੈ ਫਾਈਲ ਲਾਉਣ ਤੋਂ ਪਹਿਲਾਂ ਵੀ ਬੱਚਾ ਉਰੇ ਪੜ੍ਹਨ ਆ ਸਕਦਾ। ਉਹ ਥੋੜੇ ਚਿਰ ਲਈ ਸਸਪੈਂਡ ਹੋਇਆ ਸੀ। ਕਹਿੰਦਾ ਇਹ ਗੱਲ ਵੀ ਇਹ ਜਵਾਕ ਸਾਡੇ ਕੋਲ ਪੜ੍ਹਨ ਆਉਣਾ ਹੈ। ਹਾਂਜੀ, ਨਹੀਂ, ਉਹਦੀ ਕਿਊਬਿਕ ਦੀ ਅਥਾਰਟੀ ਦਿੰਦੇ ਨੇ ਜੀ, ਕਿਊਬਿਕ ਗਵਰਨਮੈਂਟ ਸਟੇਟ ਗਵਰਨਮੈਂਟ ਦਿੰਦੀ ਹੈ ਅਥਾਰਟੀ ਵੀ ਇਹ ਬੱਚਾ ਸਾਡੇ ਕੋਲ ਪੜ੍ਹਨ ਆ ਸਕਦਾ। ਉਹ CAQ ਸਸਪੈਂਡ ਹੋ ਗਏ ਸੀਗੇ, ਪਰ 12-13 ਦਿਨ ਬਾਅਦ ਉਹ ਨੋਰਮਲੀ ਹੋ ਗਏ ਸੀ ਵੀ ਹਾਂਜੀ ਵੀ ਪ੍ਰੋਸੈਸ ਕਰ ਸਕਦੇ ਤੁਸੀਂ। ਉਹ ਨੋਰਮਲ ਹੋਣ ਤੋਂ ਬਾਅਦ ਵੀ ਰਿਜ਼ਲਟ ਨਹੀਂ ਦਿੱਤਾ ਜਾ ਰਿਹਾ। ਸਾਲ ਹੋ ਗਿਆ ਸਾਨੂੰ ਉਰੇ ਬੈਠਿਆਂ ਨੂੰ ਹੀ, ਇੰਨੀ ਟੈਨਸ਼ਨ ਹੁੰਦੀ ਆ ਜੀ, ਇੰਨਾ ਸਟ੍ਰੈਸ ਆਊਟ ਹੁੰਦਾ ਵੀ ਦੂਜਿਆਂ ਦੇ ਵੀਜ਼ੇ ਆ ਰਹੇ ਨਹੀਂ, ਸਾਡੇ ਵੀਜ਼ੇ ਨਹੀਂ ਆ ਰਹੇ। ਸਾਲ ਹੋ ਗਿਆ, ਕੋਈ ਜਵਾਬ ਨਹੀਂ ਦੇ ਰਹੇ, ਕੋਈ ਅਪਡੇਟ ਨਹੀਂ ਦੇ ਰਹੇ ਹੈਗੇ ਜੀ। ਤੇ ਪੈਸੇ ਤੁਸੀਂ ਪਹਿਲਾਂ ਦੇ ਚੁੱਕੇ ਹੋ? ਪੈਸੇ ਦੇ ਚੁੱਕੇ ਹੀ, ਪੈਸੇ ਫੀਸ ਭਰੀ ਹੋਈ ਹੈ, GIC ਭਰੀ ਹੋਈ ਹੈ, ਘੱਟੋ ਘੱਟ 10-12 ਲੱਖ ਰੁਪਇਆ ਸੀ ਸਾਡਾ ਇਨਵੈਸਟ ਹੋਇਆ ਪਿਆ ਜੀ।
ਕੈਨੇਡਾ ਦੇ, ਸਾਨੂੰ ਕੋਈ ਜਵਾਬ ਨਹੀਂ ਦੇ ਰਹੇ। ਵਿੱਚ ਪੈਸਾ ਇਨਵੈਸਟ ਹੋਇਆ ਜੀ ਇਸ ਟਾਈਮ। ਟੋਟਲ ਕਿੰਨੇ ਕਿੰਨੇ ਜਿੰਨੇ ਤੁਸੀਂ ਖੜੇ ਹੋ ਇਹੀ ਹੈ ਜਾਂ ਹੋਰ ਵੀ ਹੈਗੇ? ਸਰ ਇਹ ਹੋਰ ਵੀ ਸਟੂਡੈਂਟ ਨਹੀਂ, ਉਹ ਕਈ ਵਾਰ ਰੀਜ਼ਨ ਕਰਕੇ ਆ ਨਹੀਂ ਸਕੇ। ਜੇ ਸਾਨੂੰ ਅੱਜ ਤੋਂ ਬਾਅਦ ਕੋਈ ਜਵਾਬ ਨਾ ਦਿੱਤਾ ਤੇ ਅੱਗੋਂ ਇਸ ਤੋਂ ਬਾਅਦ ਹੋਰ ਵੀ ਪ੍ਰੋਟੈਸਟ ਚੜੂਗਾ ਜੀ। ਤੁਸੀਂ ਦੇਖੋ ਕਿ ਆਖਰ ਜਿਹੜਾ ਕਿ ਕਈ ਕੁੜੀਆਂ ਵੀ ਖੜੀਆਂ ਨੇ ਜਾਂ ਮੁੰਡੇ ਖੜੇ ਨੇ ਕਿ ਆਖਰਕਾਰ ਜਿਹੜਾ ਜਿਸ ਤਰ੍ਹਾਂ ਦੇ ਨਾਲ ਉੱਥੇ ਜੇ ਦੇਖਿਆ ਜਾਵੇ ਪੂਰੇ ਮਸਲੇ ਦੇ ਵਿੱਚ ਇੱਕ ਚੀਜ਼ ਸਪਸ਼ਟ ਹੁੰਦੀ ਹੈ ਕਿ ਉੱਥੇ ਕੁਛ ਮਰਜ਼ੀ ਹੁੰਦਾ, ਪਰ ਜਦੋਂ 10 ਤੋਂ 15 ਲੱਖ ਰੁਪਇਆ ਇਹ ਲਾ ਕੇ ਉੱਥੇ ਬੈਠੇ ਨੇ ਉਦੋਂ ਬਾਅਦ ਦੇ ਵਿੱਚ ਆਖਰਕਾਰ ਅੰਬੈਸੀ ਨੇ ਕੀ ਕੁਝ ਕੀਤਾ। ਜਿਹੜੇ ਸਟੂਡੈਂਟਸ ਪੜ੍ਹਨ ਜਾਣ ਵਾਲੇ ਸੀਗੇ ਉਸ ਤੋਂ ਬਾਅਦ ਕਿਹਾ ਜਾ ਸਕਦਾ ਕਿ ਹੁਣ ਅੱਜ ਇਹ ਖੜੇ ਨੇ ਅਲਾਂਟੇ ਮਾਲ ਦੇ ਅੱਗੇ ਖੜੇ ਨੇ ਕਿਉਂਕਿ ਅੰਬੈਸੀ ਦਾ ਕੈਨੇਡਾ ਅੰਬੈਸੀ ਦਾ ਆਫਿਸ ਉਰੇ ਹੈਗਾ, ਤਾਂ ਉਦੋਂ ਬਾਅਦ ਦੇਖਣਾ ਉਹ ਗੱਲਬਾਤ ਕੀ ਹੁੰਦੀ ਹੈ। ਕੋਈ ਗੱਲਬਾਤ ਦਾ ਮੈਸੇਜ ਆਇਆ ਅੰਦਰੋਂ ਵੀ ਕੀ ਅਸੀਂ ਕਰ ਰਹੇ ਹਾਂ, ਕੋਈ ਮੈਸੇਜ ਆਇਆ? ਹਾਂਜੀ ਉਹ ਕਹਿ ਰਹੇ ਆ ਵੇਟ ਕਰੋ ਹਲੇ 10-15 ਮਿੰਟ ਤੱਕ ਅਸੀਂ ਆਉਂਦੇ ਹਾਂ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਉਰੇ ਖੜੇ ਨੂੰ? ਸਵੇਰ ਦੇ 2 ਘੰਟੇ ਹੋ ਗਏ। ਹਾਂਜੀ 10 ਵਜੇ ਦੇ ਖੜੇ ਆ ਜੀ। ਤੇ 10 ਵਜੇ ਤੋਂ ਅਸੀਂ ਇੱਥੇ ਖੜੇ ਆ ਤੇ ਹਾਲੇ ਤੱਕ ਕੋਈ ਰਿਸਪੌਂਸ ਆਇਆ ਨਹੀਂ ਹੈ, ਜਦਕਿ ਕਹਿ ਰਹੇ ਹੈ ਕਿ ਕਾਉਂਸਲਰ ਆਏਗੀ, ਬਟ ਅਸੀਂ ਤਾਂ ਵੇਟ ਹੀ ਕਰ ਰਹੇ ਹਾਂ। ਦੱਸੋ ਕਿ ਜਿਵੇਂ ਤੁਸੀਂ ਪਹਿਲਾਂ ਪੈਸੇ ਭਰੇ ਹੋਏ ਨੇਗੇ, ਚਲੋ ਉਦੋਂ ਬਾਅਦ ਤੁਸੀਂ ਕਿਹਾ ਵੀ ਉਹਨਾਂ ਦੇ ਪਹਿਲਾਂ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਫਿਰ ਨਾਰਮਲ ਹੋ ਜਾਂਦੀ ਹੈ ਪੋਜੀਸ਼ਨ, ਬਾਕੀਆਂ ਦੇ ਆ ਰਹੇ ਨੇ, ਤੁਹਾਡਾ ਰੀਜ਼ਨ ਵੀ ਨਹੀਂ ਦੱਸਿਆ ਵੀ ਤੁਹਾਡੇ ਕਿਉਂ ਰੋਕ ਲਏ? ਸਰ ਐਕਚੁਅਲੀ ਰੀਜ਼ਨ ਕੀ ਸੀ, ਸੀਏਕਿਊ ਪ੍ਰੋਸੈਸ ਸੀ ਜਿਹੜੀ ਸਟੇਟ ਗਵਰਨਮੈਂਟ ਨੇ ਜਿਹੜੀ ਪਰਮਿਸ਼ਨ ਦੇਣੀ ਹੁੰਦੀ ਹੈ ਇੱਕ ਸਟੂਡੈਂਟ ਨੂੰ, ਉਹ ਸੀਏਕਿਊ ਕਹਿੰਦੇ ਨੇ ਉਹਨੂੰ, ਕਿਊਬਿਕ ਅਸੈਪਟੈਂਸ ਲੈਟਰ, ਤੇ ਉਹ ਜਿਹੜੀ ਸਸਪੈਂਡ ਕਰਤੀ ਸੀ ਉਹ 10-12 ਦਿਨ ਬਾਅਦ ਉਹਨਾਂ ਨੇ ਨਾਰਮਲ ਕਰਤੀ ਪ੍ਰੋਸੈਸ। ਅੱਜ ਦੇ ਟਾਈਮ ਸੀਏਕਿਊ ਵੀ ਬੜੀ ਸਪੀਡ ਨਾਲ ਆ ਰਹੇ ਨੇ, ਉਹਦੇ ਚ ਆਈਆਰਸੀਸੀ ਦਾ ਜਾਂ ਕੈਨੇਡਾ ਇਮੀਗ੍ਰੇਸ਼ਨ ਦਾ ਕੋਈ ਰੋਲ ਨਹੀਂ ਸੀ, 1% ਵੀ ਰੋਲ ਨਹੀਂ ਸੀ। ਉਸ ਤੋਂ ਪਹਿਲਾਂ ਜਨਵਰੀ ਤੋਂ ਪਹਿਲਾਂ ਵਧੀਆ ਆ ਰਹੇ ਸੀ ਸਾਡੇ ਰਿਜ਼ਲਟ, ਬਟ ਉਹ ਤੋਂ ਬਾਅਦ ਕੀ ਕਰਿਆ ਇਹਨਾਂ ਨੇ, ਆਪਣਾ ਰੌਲਾ ਪਾ ਕੇ ਬਹਿ ਗਏ। ਜੋ ਮਤਲਬ 10 ਕਾਲਜ ਸੀਗੇ, ਇਹ ਉਹ 10 ਕਾਲਜ ਦੇ ਮਤਲਬ ਇਹਨਾਂ ਨੇ ਰਿਜ਼ਲਟ ਹੀ ਨਹੀਂ ਦੇ ਰਹੇ, ਹੁਣ ਤੱਕ ਕੋਈ ਉਹਦਾ ਰਿਜ਼ਲਟ ਨਹੀਂ ਆਇਆ ਸਰ। ਸਾਲ ਹੋ ਗਿਆ, ਅਸੀਂ ਆਪਣੀ ਫੀਸ ਵੀ ਭਰੀ ਹੋਈ ਹੈ, ਦੂਸਰੀ ਫੀਸ ਵੀ ਕਾਲਜ ਈਵਨ ਸਾਤੋਂ ਮੰਗਣ ਲੱਗ ਗਿਆ। ਸਾਲ ਤੋਂ ਉੱਪਰ ਹੋ ਗਿਆ ਸਾਨੂੰ ਆਨਲਾਈਨ ਸਟੱਡੀ ਕਰ ਰਹੇ। ਸੀ ਤੁਹਾਡੀ ਸਟੱਡੀ ਚੱਲ ਰਹੀ ਸੀ? ਸਟੱਡੀ ਚੱਲ ਰਹੀ ਹੈ ਸਰ ਵੀਜ਼ਾ ਆਉਣਾ, ਪਾਸਪੋਰਟ ਰਿਕੁਐਸਟ ਆਉਣੀ ਹੈ, ਪੀਪੀਆਰ ਕਹਿੰਦੇ ਆ। ਹਾਂਜੀ ਆਨਲਾਈਨ ਚੱਲ ਰਹੀ ਹੈ, ਸਾਲ ਹੋ ਗਿਆ, ਦੂਜੀ ਫੀਸ ਵੀ ਉਹ ਮੰਗਣ ਲੱਗ ਗਏ। ਈਵਨ ਕਿ 15-15 20 ਲੱਖ ਰੁਪਇਆ ਅਸੀਂ ਫਸਾਈ ਬੈਠੇ ਆ ਤੇ ਕਾਲਜ ਹੋਰ ਮੰਗ ਰਿਹਾ। ਨਾ ਤਾਂ ਸਾਡੇ ਕੋਲ ਆਪਸ਼ਨ ਹੈ ਵਿਡਰਾਅ ਕਰਾਉਣ ਦੀ, ਜੇ ਵਿਡਰਾਅ ਕਰਾਉਣੇ ਆ ਤਾਂ ਕੈਂਸਲੇਸ਼ਨ ਪਾਲਿਸੀ ਦੇ ਅਕੋਰਡਿੰਗ ਸਾਡਾ ਡਿਡਕਸ਼ਨ ਹੋਣੀ ਆ ਮਨੀ ਦੇ ਵਿੱਚ, ਜਿਹੜੀ ਕਿ $1800 ਤੋਂ ਲੈ ਕੇ $2250 ਵੀ ਹੈ ਕਿਸੇ ਕਾਲਜ ਦੀ। ਜਿਹੜੀ ਇੰਡੀਅਨ ਰੁਪੀਸ ਦੇ ਵਿੱਚ ਗੱਲ ਕਰੀਏ 1.5 2 2.5 ਲੱਖ ਰੁਪਇਆ ਬਣਦਾ। ਇੰਨਾ ਅਸੀਂ ਅਫੋਰਡ ਨਹੀਂ ਕਰ ਸਕਦੇ ਵੀ ਅਸੀਂ ਇੱਕ ਤਾਂ ਫਾਈਲ ਵਿਡਰਾਅ ਕਰਾਈਏ, ਇੱਕ ਸੀਏਕਿਊ ਦਾ ਜਿਹੜਾ 16-17 ਰੁਪਇਆ ਪੇ ਕੀਤਾ, 25 ਰੁਪਇਆ ਉਹ ਚੱਲ ਜਾਣਾ, ਤੇ ਇੱਕ ਰਿਜ਼ਲਟ ਆ ਜਿਹੜਾ ਟਾਈਮ ਇਹਨਾਂ ਹੁਣ ਸਪੈਂਡ ਕੀਤਾ 8-8 9-9 ਮਹੀਨੇ ਸਾਲ ਹੋ ਗਿਆ, ਅੱਧੀ ਪੜ੍ਹਾਈ ਸਾਡੀ ਹੋ ਗਈ ਆ, ਅੱਧੀ ਤੋਂ ਵੱਧ। ਪਹਿਲਾਂ ਅਪਰੋਚ ਕਰਿਆ ਸੀ ਤੁਸੀਂ ਅੰਬੈਸੀ? ਹਾਂਜੀ ਸਰ ਇੰਨੇ ਜ਼ਿਆਦਾ ਮੈਸੇਜ ਕੀਤੇ ਨੇ, ਟਵੀਟ ਕੀਤੇ ਨੇ, ਕੋਈ ਰਿਪਲਾਈ ਨਹੀਂ, ਟੋਟਲੀ ਇਗਨੋਰ ਕੀਤਾ। ਮੇਲਾਂ ਪਾਈਆਂ ਨੇ, ਈਵਨ ਕਿ ਅਸੀਂ ਜਸਟਿਨ ਟਰੂਡੋ ਜੋ ਕਿ ਉੱਥੇ ਦੇ ਗਵਰਨਮੈਂਟ ਦੇ ਅਫੀਸ਼ੀਅਲ ਨੇ, ਉਹਨਾਂ ਨੂੰ ਵੀ ਮੇਲਾਂ ਪਾਈਆਂ ਨੇ, ਕੋਈ ਰਿਪਲਾਈ ਨਹੀਂ ਆਇਆ ਸਰ। ਸਾਨੂੰ ਕੋਈ ਰਿਪਲਾਈ ਨਹੀਂ, ਕੋਈ ਰਿਸਪੌਂਸ ਨਹੀਂ ਹੁਣ ਤੱਕ ਸਾਨੂੰ, ਈਵਨ ਕਿ ਇੱਕ ਡੇਟ ਤੱਕ ਨਹੀਂ ਦਿੱਤੀ ਗਈ ਇਹਨਾਂ ਦੁਆਰਾ। ਅੱਗੇ ਕਹਿੰਦੇ ਹੁੰਦੇ ਨੇ ਏਜੰਟ ਮਾੜਾ ਕਰਕੇ, ਪਰ ਇਸ ਵਾਰੀ ਸਰਕਾਰ ਹੀ ਕਿਤੇ ਨਾ ਕਿਤੇ ਵਿੱਚ ਉਹ ਬਣ ਗਿਆ ਹੈ। ਸਰ ਇੱਕ ਅਸੀਂ ਨਾ ਜਦੋਂ ਅਸੀਂ ਅਪਲਾਈ ਕਰੀ ਸੀ, ਅਸੀਂ ਇਹਨਾਂ ਨੂੰ ਟਵੀਟ ਵਗੈਰਾ ਸੈਂਡ ਕਰ ਰਹੇ ਸੀ, ਉਹਦੀ ਅਸੀਂ ਐਗਜ਼ਾਮਪਲ ਇੱਕ ਵੀ ਅਸੀਂ ਕਰਵਾਇਆ, ਲਿਖਾ ਕੇ ਲੈ ਕੇ ਆਏ। ਆਹ ਦੇਖੋ, ਜਿਵੇਂ ਇਸ 'ਚ ਵੀ ਅਸੀਂ ਪੁੱਛਿਆ ਹੋਇਆ ਕਿ ਕਦੋਂ ਹੋਈ ਸੀ, ਇਸ ਤੇ ਡੇਟ ਵੀ ਦੇਖੋ ਦੂਜੇ ਮਹੀਨੇ ਦੀ ਹੈਗੀ ਡੇਟ। ਅਸੀਂ ਟਵੀਟ ਕਰ ਰਹੇ, ਸਿਰਫ ਆਹੀ ਚੀਜ਼ ਆਂਦੀ ਹੈ ਇਹਨਾਂ ਕੋਲ, ਤੁਸੀਂ ਜੋ ਮਰਜ਼ੀ ਕੁਐਸਚਨ ਪੁੱਛ ਲਓ, ਬਸ ਇੱਕ ਆਹੀ ਚੀਜ਼ ਸੇਮ ਹੈ ਅੱਗੇ ਕਰਕੇ ਭੇਜ ਦਿਓ। ਮੈਸੇਜ ਜਿਹੜਾ ਰਿਪਲਾਈ ਹੋ ਜਾਂਦਾ ਹੁੰਦਾ ਆਟੋਮੈਟਿਕਲੀ ਹਾਂਜੀ ਆਟੋਮੈਟਿਕ ਰਿਪਲਾਈ ਆ ਉਹਨਾਂ ਵੱਲੋਂ, ਮਤਲਬ ਮਰਜ਼ੀ ਉਹਨਾਂ ਨੂੰ ਕੁਐਸਚਨ ਕਰੋ, ਜੋ ਮਰਜ਼ੀ ਪੁੱਛੋ, ਜਿਹੜਾ ਮਰਜ਼ੀ ਕੁਐਸਚਨ, ਉਹਨਾਂ ਦਾ ਆਟੋਮੈਟਿਕ ਰਿਪਲਾਈ ਹੀ ਹੋਣਾ ਜੋ ਤੁਹਾਡੀ ਜਿਹੜੀ ਪ੍ਰੋਸੈਸ ਦੇ ਵਿੱਚ ਤੇ ਪ੍ਰੋਸੈਸਿੰਗ ਨਾਰਮਲ ਹੋ ਰਹੀ ਹੈ। ਇੱਕ ਹੋਰ ਚੀਜ਼ ਸੀ ਕਿ ਇਹਨਾਂ ਨੇ ਦੱਸਿਆ ਸੀ ਕਿ AIP ਆਏਗੀ, ਤਾਂ AIP ਮੀਨਸ ਤੁਹਾਡਾ 90% ਵੀਜ਼ਾ ਹੈ, ਬਿਕੋਜ਼ ਕੋਵਿਡ ਕਰਕੇ VFS ਸੈਂਟਰ ਬੰਦ ਸੀ ਤੇ ਸਾਡੀ ਬਾਇਓਮੈਟ੍ਰਿਕਸ ਨਹੀਂ ਹੋ ਰਹੀ ਸੀ ਤੇ ਫਾਈਲਸ ਵਗੈਰਾ ਆਨਲਾਈਨ ਲੱਗੀ ਹੋਈ ਸੀ। ਤਾਂ ਇਹਨਾਂ ਨੇ ਕਿਹਾ ਸੀ ਅਸੀਂ ਤੁਹਾਡੀ ਜਿਹੜੀ ਤੁਹਾਡੀ ਜੋ ਸਟੱਡੀ ਹੈ ਨਾ ਪੁਰਾਣੀ ਹੋਈ ਹੈ +2 ਤੱਕ ਦੀ, ਅਸੀਂ ਉਸ ਦੇ ਬਿਹਾਫ ਤੇ ਤੁਹਾਨੂੰ ਐਲੀਜੀਬਿਲਟੀ ਦਵਾਂਗੇ। ਇੱਕ AIP ਕਹਿੰਦੇ ਉਹਨੂੰ, ਐਪਲੀਕੇਸ਼ਨ ਅਪਰੂਵਲ ਇਨ ਪ੍ਰਿੰਸੀਪਲ, ਠੀਕ ਹੈ। ਤੇ ਉਹਦੇ ਉੱਤੇ ਸਾਨੂੰ AIP ਮਿਲੀ ਤੇ ਅਸੀਂ ਕਲਾਸਿਸ ਜੁਆਇਨ ਕਰੀ ਹੈ। ਬਟ ਹੁਣ ਕੀ ਕਰ ਰਹੇ ਕਿ ਕਾਫੀ ਬੱਚਿਆਂ ਦੇ ਅਸੀਂ ਵੀ ਦੇਖਿਆ ਅਦਰ ਪ੍ਰੋਵਿੰਸ ਦੇ ਕਿ ਸਾਰੇ ਓਵਰਆਲ ਕੈਨੇਡਾ ਕਿ ਜਿਨ੍ਹਾਂ ਦੇ AIP ਵੀ ਆਏ ਹੋਏ ਸੀ, ਉਹਨਾਂ ਦੇ ਬਾਵਜੂਦ ਉਹਨਾਂ ਨੂੰ ਰਿਫਿਊਜ਼ਲ ਦਿੱਤੀਆਂ ਉਹਨਾਂ ਨੇ ਕਾਫੀ। ਤੁਸੀਂ ਦੇਖੋ ਕਿ ਆਖਰਕਾਰ ਜੇ ਕੁੱਲ ਮਿਲਾ ਕੇ ਮਸਲੇ ਦਾ ਦੇਖਿਆ ਜਾਵੇ, ਜਿਹੜੀ ਕਿਸੇ ਇੱਕ ਮਸਲੇ ਕਰਕੇ ਉੱਥੇ ਸਸਪੈਂਡ ਹੋ ਜਾਂਦੇ ਨੇ ਕਾਲਜ, 10 ਕਾਲਜ ਸਸਪੈਂਡ ਹੁੰਦੇ ਨੇ, ਜਿਨ੍ਹਾਂ ਦੀ ਲਿਸਟ ਇਹਨਾਂ ਨੇ ਲਾਈ ਹੈ ਕਿ ਕਈ ਜਵਾਕਾਂ ਨੇ ਲਿਸਟ ਫੜੀ ਹੋਈ ਹੈ ਹੱਥਾਂ ਦੇ ਵਿੱਚ, ਉਹ 10 ਕਾਲਜ ਕਹਿੰਦੇ ਕਿ ਉਦੋਂ ਬਾਅਦ ਰੀਮੇਨ ਹੋ ਜਾਂਦੇ ਨੇ, ਚੱਲ ਪਾਉਂਦੇ ਨੇਗੇ, ਪੂਰਾ ਪ੍ਰੋਸੈਸ ਚੱਲਣਾ ਸ਼ੁਰੂ ਹੋ ਜਾਂਦਾ। ਪਰ ਜਿੰਨੇ ਇਹ ਬੱਚੇ ਸੀਗੇ ਜਿਹੜੇ ਕਿ ਆਨਲਾਈਨ ਪੜ੍ਹਾਈ ਕਰ ਰਹੇ ਸੀਗੇ, ਉਸ ਤੋਂ ਬਾਅਦ ਉਹਨਾਂ ਦੇ ਜਿਹੜੀ ਹੈ, ਕਿਉਂਕਿ 1 ਸਾਲ ਕੋਵਿਡ ਕਰਕੇ ਪੂਰਾ ਲੰਘ ਗਿਆ ਕਿ ਆਨਲਾਈਨ ਪੜ੍ਹਾਈ ਹੁੰਦੀ ਰਹੀ, ਪਰ ਜਦੋਂ ਹੁਣ ਅੱਗੇ ਨੂੰ ਪੜ੍ਹਾਈ ਸ਼ੁਰੂ ਹੋਣੀ ਹੈ, ਕਾਲਜ ਆਪਣੀ ਫੀਸ ਮੰਗ ਰਿਹਾ ਹੈ, ਉਹੀ ਮਸਲਾ ਕਿਤੇ ਨਾ ਕਿਤੇ ਕਿ ਜੇ ਆਖਰਕਾਰ ਜਿਵੇਂ ਉਰੇ ਕਈ ਸਕੂਲਾਂ ਨੂੰ ਲੈ ਕੇ ਪਰਿਵਾਰ ਨੇ ਜਿਹੜੇ ਰੋਸ ਜਤਾਉਂਦੇ ਨੇ,
ਦੂਜੇ ਪਾਸੇ ਜਦੋਂ ਹੁਣ ਇਹਨਾਂ ਨੂੰ ਇਸ ਵਾਰ ਲੱਗਦਾ ਸੀਗਾ ਕਿ ਸਾਡੇ ਵੀਜ਼ੇ ਆ ਜਾਣਗੇ ਤਾਂ ਉਹਦੇ ਵਿੱਚ ਫਿਰ ਕਈ ਟੈਕਨੀਕਲ ਪੁਆਇੰਟ ਫਸ ਗਏ ਨੇਗੇ, ਤਾਂ ਜਿਹਦੇ ਕਰਕੇ ਇਹ ਕੈਨੇਡਾ ਐਮਬੈਸੀ ਦੇ ਅੱਗੇ ਖੜੇ ਨੇ। ਤੇ ਇਹਨਾਂ ਦਾ ਸਾਫ਼ ਤੌਰ ਤੇ ਰੋਸ਼ ਹੈ ਕਿ ਆਖਰਕਾਰ ਜਦੋਂ ਅਸੀਂ ਇੰਨੇ ਪੈਸੇ ਭਰ ਚੁੱਕੇ ਹਾਂ 10 ਤੋਂ 15 ਲੱਖ ਹਰ ਕਿਸੇ ਦਾ ਕਿਤੇ ਨਾ ਕਿਤੇ ਲੱਗਦਾ ਵੀ ਲੱਗਿਆ ਹੋਇਆ ਹੈਗਾ, ਤਾਂ ਉਸ ਤੋਂ ਬਾਅਦ ਸਾਨੂੰ ਨਾ ਤਾਂ ਕੋਈ ਪੁਖਤਾ ਜਵਾਬ ਹੈ ਨਾ ਹੀ ਜਿਹੜਾ ਇਹਦੇ ਤੇ ਕੋਈ ਐਕਸ਼ਨ ਕੀਤਾ ਜਾ ਰਿਹਾ। ਹਾਲਾਂਕਿ ਅੱਜ ਐਮਬੈਸੀ ਮੂਹਰੇ ਆ ਕੇ ਖੜੇ ਨੇ, ਕਹਿੰਦੇ ਐਮਬੈਸੀ ਇਸ ਚੀਜ਼ ਦਾ ਜਿਹੜਾ ਕਿ ਜਵਾਬ ਸਾਨੂੰ ਦਿੰਦੀ ਹੈ ਨਾ ਦਿੰਦੀ ਹੈ, ਅਸੀਂ ਖੜੇ ਹਾਂ, ਕਹਿੰਦੇ ਸਾਨੂੰ ਕਿਹਾ ਉਹਨਾਂ ਨੇ ਵੀ ਅਸੀਂ ਰਿਪਲਾਈ ਕਰਾਂਗੇ। ਤਾਂ ਉਸ ਤੋਂ ਬਾਅਦ ਕਿਹਾ ਜਾ ਸਕਦਾ ਕਿ ਹੁਣ ਦੇਖਣਾ ਇਹ ਕਿ ਆਖਰ ਇਹਨਾਂ ਜਵਾਕਾਂ ਦੀ ਸੁਣੀ ਜਾਂਦੀ ਹੈ। 15-15 16-16 ਲੱਖ ਰੁਪਏ ਛੋਟੀ ਰਕਮ ਨਹੀਂ ਹੁੰਦੀ ਲੱਗਿਆ ਹੋਇਆ, ਤਾਂ ਇਹਨਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਡਾ ਉਹ ਡੁੱਬਦਾ ਹੋਇਆ ਨਜ਼ਰ ਨਾ ਆਵੇ, ਕਿਉਂਕਿ ਜਿਵੇਂ ਉਹਨਾਂ ਨੇ ਕਿਹਾ ਕਿ ਜੇ ਅਸੀਂ ਵਿਡਰਾਅ ਵੀ ਕਰਦੇ ਹਾਂ ਤਾਂ ਸਾਨੂੰ ਉਹ ਡਿਡਕਸ਼ਨ ਚਾਰਜਰ ਦੇਣੇ ਪੈਣਗੇ ਜਿਹੜੇ ਉੱਥੋਂ ਦੀ ਪਾਲਿਸੀ ਕਹਿੰਦੀ ਆ। ਤਾਂ ਕਿਹਾ ਜਾ ਸਕਦਾ ਕਿ ਕਦੇ ਏਜੰਟਾਂ ਦੀ ਗੱਲ ਆਉਂਦੀ ਆ ਤੇ ਕਦੇ ਹੁਣ ਜਿਹੜਾ ਨਵਾਂ ਇੱਕ ਮਸਲਾ ਜੇ ਕਹੀਏ ਕਿ ਨਵਾਂ ਮਸਲਾ ਇਹ ਸਾਹਮਣੇ ਆਇਆ ਪਹਿਲੀ ਵਾਰੀ ਜਦੋਂ ਕਿਤੇ ਨਾ ਕਿਤੇ ਸਰਕਾਰਾਂ ਦੇ ਤਾਲਮੇਲ ਦੇ ਵਿੱਚ ਹੀ ਸਟੂਡੈਂਟ ਨੇ ਜਿਹੜੇ ਆਪਦੇ ਪੈਸੇ ਫਸੇ ਹੋਏ ਮਹਿਸੂਸ ਕਰ ਰਹੇ ਨੇ, ਤੇ ਉਹਨਾਂ ਦਾ ਕਹਿਣਾ ਕਿ ਅਸੀਂ ਅਗਲਾ ਸੀਜ਼ਨ ਜਦੋਂ ਜਿਹੜਾ ਪੜ੍ਹਾਈ ਦਾ ਸਟਾਰਟ ਹੋਣਾ ਹੈ ਉਹਦੇ ਵਾਸਤੇ ਵੀਜ਼ੇ ਨੇ ਜਿਹੜੇ ਬਾਕੀਆਂ ਦੇ ਆ ਗਏ, ਪਰ ਜਿੰਨੇ ਇਹ ਸੀਗੇ ਇਹਨਾਂ ਦੇ ਵੀਜ਼ੇ ਨਹੀਂ ਆਏ ਹੈਗੇ। ਤਾਂ ਦੇਖਣਾ ਹੋਊਗਾ ਕਿ ਹੁਣ ਐਮਬੈਸੀ ਕਿਸ ਤਰ੍ਹਾਂ ਦਾ ਪੁਖਤਾ ਜਵਾਬ ਇਹਨਾਂ ਨੂੰ ਦਿੰਦੀ ਹੈ ਤਾਂ ਕਿ ਇਹਨਾਂ ਦੀ ਪੜ੍ਹਾਈ ਵੀ ਜਾਰੀ ਰਹਿ ਸਕੇ ਤੇ ਜਿਹੜਾ ਕੈਨੇਡਾ ਜਾ ਕੇ ਪੜ੍ਹਨ ਦਾ ਸੁਪਨਾ ਹੈ ਉਹ ਕਿਵੇਂ ਪੂਰਾ ਹੁੰਦਾ ਹੈ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮਿਤ ਸਿੰਘ, ਚੰਡੀਗੜ੍ਹ।